ਅੱਜ ਆਪਾਂ ਗੱਲ ਕਰਾਂਗੇ ਜੀ ਨੈਟਵਰਕਿੰਗ ਯੂਨਿਟ ਦੇ ਵਿੱਚੋਂ ਜਿਹੜਾ ਵਾਈਡ ਏਰੀਆ ਨੈਟਵਰਕ ਦੇ ਤਰੀਕੇ, ਵਾਈਡ ਏਰੀਆ ਨੈਟਵਰਕ ਕਨਸੈਪਟ। ਵਾਈਡ ਏਰੀਆ ਨੈਟਵਰਕ ਇੱਕ ਅਜਿਹਾ ਨੈਟਵਰਕ ਹੁੰਦਾ ਹੈ ਜੋ ਪਬਲਿਕ ਅਤੇ ਪ੍ਰਾਈਵੇਟ ਨੈਟਵਰਕ ਟਰਾਂਸਪੋਰਟ ਦੀ ਵਰਤੋਂ ਕਰਕੇ ਬਰੋਡ ਏਰੀਆ ਨੂੰ ਕੀ ਕਰਦਾ ਜੀ, ਕਵਰ ਕਰਦਾ। ਬਰੋਡ ਵਾਈਡ ਦਾ ਮਤਲਬ ਹੁੰਦਾ ਜੀ ਬਰੋਡ, ਹੈ ਨਾ। ਵੈਨ ਦੀ ਵਰਤੋਂ ਕਰਕੇ ਡਾਟਾ ਨੂੰ ਇੱਕ ਲੰਬੀ ਦੂਰੀ ਉੱਤੇ ਟ੍ਰਾਂਸਫਰ ਕੀਤਾ। ਇੱਥੇ ਬਹੁਤ ਸਾਰੇ ਜਿਹੜੇ ਵੈਨ ਦੀ ਟੈਕਨੋਲੋਜੀ ਨੇ ਜੀ, ਜੋ ਟੈਂਪਰੇਰੀ ਜਿੰਨੀ ਜ਼ਰੂਰਤ ਹੈ ਅਤੇ ਪੱਕੀ 24/7 ਜਿਹਨੂੰ ਆਪਾਂ ਕਹਿੰਦੇ 24 ਘੰਟੇ ਨਾ ਕਨੈਕਟੀਵਿਟੀ ਆਫਰ ਕਰਦੀ ਹੈ। ਤੇ ਇਸ ਦੀ ਜਿਹੜੀ ਹੋਰ ਆਮ ਕਨੈਕਟੀਵਿਟੀ ਨੇ 3G ਹੋਏ, ਠੀਕ ਹੈ, ਵਾਇਰਡ ਹੋਏ, ਠੀਕ ਹੈ, ਤੇ ਵਾਇਰਲੈਸ ਕਨੈਕਟੀਵਿਟੀ ਜਿਵੇਂ ਡਾਇਲ ਅਪ, ISDN, DSL, ਕੇਬਲ, ਸੈਟੇਲਾਈਟ, ਵਾਇਰਲੈਸ, ਠੀਕ ਹੈ, ਲੀਜ਼ ਲਾਈਨ ਬੋਲ ਦੇਣਾ ਆਪਾਂ ਕੇਬਲ ਵਾਲੀ ਨੂੰ ਵੀ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਨੈਕਟੀਵਿਟੀ ਦੀ, ਇੱਕ ਡਾਇਲ ਅਪ। ਡਾਇਲ ਅਪ ਜਿਹੜਾ ਕਨੈਕਸ਼ਨ ਹੈ ਟੈਲੀਫੋਨ ਨੈਟਵਰਕ ਦੀ ਵਰਤੋਂ ਕਰਕੇ ਨੈਟਵਰਕ ਕਨੈਕਟੀਵਿਟੀ ਬਣਾਉਂਦੇ ਟੈਲੀਫੋਨ, ਠੀਕ ਹੈ। ਉਸ ਦੇ ਵਿੱਚ ਕੀ ਹੈ, ਤੁਹਾਨੂੰ ਇੱਕ ਮੋਡਮ ਦੀ ਜ਼ਰੂਰਤ ਪੈਂਦੀ ਹੈ ਜਿਹੜਾ ਕਿ ਸਿਗਨਲ ਨੂੰ ਮੋਡੂਲੇਟ ਅਤੇ ਡੀਮੋਡੂਲੇਟ ਕਰਦਾ ਹੈ, ਜਿਹੜਾ ਐਨਾਲੌਗ ਸਿਗਨਲ ਨੂੰ ਡਿਜੀਟਲ ਦੇ ਵਿੱਚ, ਡਿਜੀਟਲ ਨੂੰ ਐਨਾਲੌਗ ਦੇ ਵਿੱਚ। ਇਸ ਤਰ੍ਹਾਂ ਜਿਹੜਾ ਮੋਡਮ ਦੀ ਕੀ ਵਰਤੋਂ ਹੁੰਦੀ। ਜਿਹੜਾ ਡਾਇਲ ਅਪ ਕਨੈਕਸ਼ਨ ਹੈ ਜੀ, ਇਸ ਕੋਲ ਜ਼ਿਆਦਾ ਤੋਂ ਜ਼ਿਆਦਾ ਥਿਓਰੈਟੀਕਲ ਸਪੀਡ 56 kbps ਹੁੰਦੀ ਹੈ। ਮੰਨ ਲਓ 56 ਕਿਲੋਬਿਟ ਪਰ ਸੈਕਿੰਡ ਹੁੰਦੀ ਹੈ ਜੀ, ਜਿਸ ਦੀ ਇਸ ਦੀ ਪ੍ਰੈਕਟੀਕਲੀ ਨੂੰ ਦੇਖੀਏ ਤਾਂ ਸਪੀਡ ਕੀ ਘੱਟ ਹੁੰਦੀ। ਜਦੋਂ ਕਹਿੰਦੇ ਇਹਦੀ ਕੁਝ ਹਾਨੀਆਂ ਨੇ, ਕੀ ਹਾਨੀਆਂ ਨੇ, ਕਹਿੰਦੇ ਜਦੋਂ ਇੰਟਰਨੈਟ ਜਾਂ ਆਪਾਂ ਨੈਟਵਰਕ ਕਨੈਕਟੀਵਿਟੀ ਦੌਰਾਨ ਕੋਈ ਕਾਲ ਆ ਜਾਂਦੀ ਹੈ ਟੈਲੀਫੋਨ ਤੇ, ਠੀਕ ਹੈ, ਤਾਂ ਉਦੋਂ ਕੀ ਹੁੰਦਾ, ਡਿਸਕਨੈਕਟ ਹੁੰਦਾ, ਉਦੋਂ ਸਪੀਡ ਹੋਰ ਘੱਟ ਜਾਂਦੀ। ਤੁਹਾਨੂੰ ਦੱਸਿਆ ਹੈ ਇੱਕ ਟੈਲੀਫੋਨ ਨੈਟਵਰਕ ਦੀ ਵਰਤੋਂ ਕਰਕੇ, ਠੀਕ ਹੈ, ਨੈਟਵਰਕ ਦੀ ਕਨੈਕਟੀਵਿਟੀ ਬਣਾਉਂਦੇ ਆਪਾਂ। ਡਾਇਲ ਅਪ ਕਨੈਕਟੀਵਿਟੀ ਦੀ ਵਰਤੋਂ ਬ੍ਰੌਡਬੈਂਡ ਟੈਕਨੋਲੋਜੀ ਜਿਵੇਂ DSL ਅਤੇ ਕੇਬਲ ਮੋਡਮ ਦੀ ਸਿੱਧੀ ਜਿਹੜਾ ਸਪੀਡ ਉਪਲਬਧਤਾ ਦੇ ਕਾਰਨ ਘਟ ਗਈ। ਤੁਹਾਨੂੰ ਪਤਾ ਅੱਜ ਦੇ ਟਾਈਮ ਦੇ ਵਿੱਚ ਡਾਇਲ ਅਪ ਕਨੈਕਸ਼ਨ ਨੂੰ ਲੈ ਕੇ, ਠੀਕ ਹੈ, ਥੋੜਾ ਜਿਹਾ ਸਪੀਡ ਨੂੰ ਲੈ ਕੇ, ਤੇ ਅੱਜ ਕੱਲ੍ਹ ਜਿਹੜਾ ਵਾਈਫਾਈ, ਵਾਈਮੈਕਸ, ਹੋਰ ਬਹੁਤ ਸਾਰੀਆਂ ਚੀਜ਼ਾਂ, ਠੀਕ ਹੈ, ਆ ਰਹੀਆਂ ਨੇ ਮਾਰਕੀਟ ਦੇ ਵਿੱਚ। ਇਸ ਦੇ ਕਰਕੇ ਕੀ ਹੈ, ਇਸ ਦੀ ਜਿਹੜੀ ਆਪਾਂ ਕਹਿੰਦੇ ਇੰਪੋਰਟੈਂਸ ਹੈ ਘੱਟ ਗਈ ਥੋੜੀ ਜਿਹੀ, ਦੀ ਵਰਤੋਂ ਘੱਟ ਗਈ। ਤਾਂ ਤੁਹਾਨੂੰ ਇੰਟਰਨੈਟ ਐਕਸੈਸ ਲਈ ਡਾਇਲ ਅਪ ਕਨੈਕਸ਼ਨ ਦੀ ਵਰਤੋਂ ਕਰਦੇ ਜਾਂ ਪਿਛਲੇ ਜਿਹੜੇ ਇਲਾਕੇ ਨੇ ਉਹਨਾਂ ਵਿੱਚ ਆਪਸ਼ਨ ਕਨੈਕਟ ਕਰਦੇ ਲੋਕ ਲੱਭ, ਜਿੱਥੇ ਬਹੁਤ ਜ਼ਿਆਦਾ ਘੱਟ ਯੂਜ਼ ਕੀਤੀ ਜਾਂਦੀ ਹੈ, ਠੀਕ ਹੈ, ਜਿੱਥੇ ਕਿਤੇ ਨਹੀਂ ਹੈਗਾ ਅਵੇਲੇਬਲ ਤਾਂ ਉੱਥੇ ਆਪਾਂ ਟੈਲੀਫੋਨ, ਠੀਕ ਹੈ, ਡਾਇਲ ਅਪ ਕਨੈਕਸ਼ਨ ਕੀ ਯੂਜ਼ ਕਰਦੇ ਦੇਖ ਸਕਦੇ। ਡਾਇਲ ਅਪ ਕਨੈਕਸ਼ਨ ਨੂੰ ਸੈਟਅਪ ਕਰਨ ਦੇ ਲਈ ਤੁਹਾਨੂੰ ਦੋ ਹੀ ਸਿਸਟਮ ਹੁੰਦੇ ਨੇ, ਪਹਿਲਾ RAS ਅਤੇ ਦੂਸਰਾ ਡਾਇਲ ਅਪ ਕਲਾਇੰਟ। ਇੱਕ ਕੰਪਿਊਟਰ ਨੂੰ ਕਨੈਕਸ਼ਨ ਪ੍ਰਾਪਤ ਕਰਨ ਲਈ ਸੈਟਅਪ ਦੀ ਜ਼ਰੂਰਤ, ਠੀਕ ਹੈ, ਅਤੇ ਹੋਰ ਦੀ ਰਿਮੋਟ ਕੰਪਿਊਟਰ ਨਾਲ ਜੁੜਨ ਦੀ ਜ਼ਰੂਰਤ। ਇੱਕ ਕੰਪਿਊਟਰ ਜਿਸ ਕੋਲ ਰਿਮੋਟ ਕਨੈਕਸ਼ਨ ਲਈ ਪ੍ਰਵਾਨਗੀ ਸੈਟਅਪ ਹੁੰਦਾ ਹੈ ਉਸਨੂੰ ਰਿਮੋਟ ਐਕਸੈਸ ਸਰਵਰ ਕਹਿੰਦੇ ਹਨ, ਅਤੇ ਕੰਪਿਊਟਰ ਜੇ ਰਿਮੋਟ ਕੰਪਿਊਟਰ ਨਾਲ ਜੁੜੇ ਹੁੰਦੇ ਨੇ ਉਸਨੂੰ ਡਾਇਲ ਅਪ ਕਲਾਇੰਟ ਕਿਹਾ। ਜਿਹੜੇ ਪ੍ਰੋਟੋਕੋਲ ਨੂੰ ਆਪਾਂ ਡਾਇਲ ਅਪ ਕਨੈਕਸ਼ਨ ਲਈ ਵਰਤਦੇ ਹਾਂ ਉਹ ਕੀ ਹੈ, SLIP ਅਤੇ TTP। ਜਿਸਨੂੰ ਸਲਿਪ ਹੈ ਸੀਰੀਅਲ ਲਾਈਨ ਇੰਟਰਨੈਟ ਪ੍ਰੋਟੋਕੋਲ, ਇੱਕ ਪ੍ਰੋਟੋਕੋਲ ਹੈ ਜਿਸ ਨੂੰ ਸੀਰੀਅਲ ਪੋਰਟ ਅਤੇ ਮੋਡਮ ਕਨੈਕਸ਼ਨ ਉੱਤੇ ਕੰਮ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ। ਜਿਹੜਾ ਇਹ ਪ੍ਰੋਟੋਕੋਲ ਹੈ ਇਹਨੂੰ ਸਟੈਟਿਕ IP ਐਡਰੈਸ ਦੀ ਜ਼ਰੂਰਤ, ਹੋਸਟ ਨੂੰ ਕਨੈਕਟ ਕਰਨ ਤੋਂ ਪਹਿਲਾਂ, ਅਤੇ ਕੇਵਲ TCP/IP ਪ੍ਰੋਟੋਕੋਲ ਨੂੰ ਸਹਿਯੋਗ। ਜਿਹੜਾ ਸਲਿਪ ਨੂੰ PP ਦੁਆਰਾ ਵੱਡੇ ਪੱਧਰ ਤੇ ਬਦਲ ਕੇ ਕੀ ਕੀਤਾ ਜੀ, ਇਹਨੂੰ ਕੁਝ ਮੋਡੀਫਾਈ ਕੀਤਾ ਹੈ। ਜਿਵੇਂ ਦੱਸਦੇ ਸਾਨੂੰ ਆਪਾਂ ਜੇ ਸੈਟਿੰਗ ਕਰਦੇ ਹਾਂ ਜੀ ਨੈਟਵਰਕ ਦੀ, ਮੰਨ ਲਓ ਸਟਾਰਟ ਤੇ ਕਲਿੱਕ ਕਰਦੇ ਹਾਂ, ਕੰਟਰੋਲ ਪੈਨਲ ਵਿੱਚ ਵੀ ਜਾ ਸਕਦੇ ਹੋ, ਤੇ ਇੱਥੇ ਨੈਟਵਰਕ ਕਨੈਕਸ਼ਨਸ ਲਿਖੇ ਹੋਏ ਨੇ, network and sharing side, ਇਹ setup a new connect, ਠੀਕ ਹੈ। ਉਸ ਤੋਂ ਬਾਅਦ connect to internet ਮੈਨੂਅਲ ਵੀ ਕਰ ਸਕਦੇ ਹਾਂ ਆਪਾਂ, connect to internet ਨੈਕਸਟ ਤੇ ਕਲਿੱਕ ਕਰਦੇ ਹਾਂ, ਇਹ ਪੁੱਛਦਾ ਸਾਨੂੰ ਬਰਾਊਜ਼ਰ ਇੰਟਰਨੈਟ ਨਾਲ। ਉਸ ਤੋਂ ਬਾਅਦ ਕੀ ਤੁਹਾਨੂੰ ਯੂਜ਼ਰ ਨੇਮ, ਪਾਸਵਰਡ
ਜੋ ਉਸ ਨੂੰ ISP ਦੁਆਰਾ ਦਿੱਤੇ ਗਏ ਨੇ ਉਹ ਫਿਲ ਕਰਨਾ ਹੈ। ਬਾਈ ਡਿਫਾਲਟ ਕੀ ਹੈ, ਇਹ ਵਾਈਫਾਈ ਨਾਲ ਕਨੈਕਟ ਹੈ। ਤਾਂ PP ਪੁਆਇੰਟ ਟੂ ਪੁਆਇੰਟ ਪ੍ਰੋਟੋਕੋਲ TCP ਪਾਈਪ ਨੂੰ ਸਹਿਯੋਗ ਕਰਦਾ ਹੈ ਅਤੇ ਬਹੁਤ ਸਾਰੇ ਪ੍ਰੋਟੋਕੋਲ ਜਿਵੇਂ NetWe, IPX, SPX ਨੂੰ ਮਦਦ ਕਰਦਾ ਹੈ। ਇਹ ਕੀ ਡਾਇਨਾਮਿਕ IP ਐਡਰੈਸ ਨੂੰ ਸਹਿਯੋਗ ਕਰਦਾ, ਜਿਹੜਾ ਸਲਿਪਸੀ ਉਹ ਕਰਦਾ ਇੱਕ ਸਟੈਟਿਕ IP ਐਡਰੈਸ ਨੂੰ ਸਹਿਯੋਗ ਕਰਦਾ। ਠੀਕ ਹੈ, ਇਸ ਨੂੰ ਡਿਵੈਲਪਰ ਐਕਸੈਸ ਕਰਨ ਤੋਂ ਪਹਿਲਾਂ ਕੀ ਵਰਤਿਆ ਜਾਂਦਾ ਹੈਗਾ। ਇਸ ਵਿੱਚ ਕਿ ਮਲਟੀ ਲਿੰਕ ਮਤਲਬ ਇੱਕ ਤੋਂ ਜ਼ਿਆਦਾ ਮੋਡਮ ਨੂੰ ਇੱਕੋ ਸਮੇਂ ਵਰਤ ਸਕਦੇ ਤੇ ਜਦੋਂ ਮਰਜ਼ੀ ਜਿਹੜੀ ਬੈਂਡਵਿਡਥ ਨੂੰ ਵਧਾ ਸਕਦੇ। ਵਿੱਚ ਅਥੈਂਟੀਕੇਸ਼ਨ ਮਤਲਬ ਆਥੋਰਾਈਜੇਸ਼ਨ ਹੁੰਦੀ ਹੈ, ਇਨਕ੍ਰਿਪਸ਼ਨ ਹੁੰਦੀ ਹੈ, ਕਿਸੇ ਡਾਟਾ ਲੋਸ ਨਾ ਹੋ ਜਾਏ ਉਹਨੂੰ ਇਨਕ੍ਰਿਪਟ ਕਰਕੇ ਰੱਖਦੇ ਆ, ਕੰਪਰੈਸ਼ਨ ਠੀਕ ਹੈ ਉਹਨੂੰ ਕੰਪਰੈਸ ਵੀ ਕਰਕੇ ਰੱਖਦੇ ਆ ਡਾਟੇ ਨੂੰ। RRAS ਕੀ ਹੁੰਦਾ ਜੀ, ਕਹਿੰਦੇ ਜਿਸ ਨੂੰ ਰਿਮੋਟ ਕਨੈਕਸ਼ਨਾਂ ਨੂੰ ਮੈਨੇਜ ਕਰਨ ਦੇ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਬਹੁਤ ਸਾਰੇ ਕਨੈਕਸ਼ਨ ਦੀ ਕੀ ਕਰਦਾ ਜੀ ਇਹ, ਉਹਨੂੰ ਸਹਿਯੋਗ ਦੇ ਕੇ ਡੈਵਲਪ ਅਤੇ VPNC ਵਰਚੁਅਲ ਪ੍ਰਾਈਵੇਟ ਨੈਟਵਰਕ ਠੀਕ ਹੈ ਉਸ ਕਨੈਕਸ਼ਨ ਨੂੰ ਕੀ ਕਰਦਾ ਜੀ ਸਪੋਰਟ ਕਰਦਾ, ਇਨਕਮਿੰਗ ਕੀ ਕਰਦਾ ਜੀ ਸਪੋਰਟ ਕਰਦਾ। ਤੁਸੀਂ ਰਿਮੋਟ ਕਦੇ ਲੌਗਇਨ ਕੀਤਾ ਹੈਗਾ, ਨਹੀਂ ਕੀਤਾ ਹੋਣਾ, ਤਾਂ ਜਿਵੇਂ ਐਨੀ ਡੈਸਕ ਟੀਮ ਵੀਵਰ ਇੱਕ ਰਿਮੋਟ ਲੌਗਇਨ ਜਿਵੇਂ ਯੂਜ਼ ਕਰ ਸਕਦੇ ਹੋ। ਮੰਨ ਲਓ ਤੁਹਾਡਾ ਕੰਪਿਊਟਰ ਹੈ, ਮੈਂ ਐਕਸੈਸ ਕਰਨਾ ਹੋਵੇ ਤਾਂ ਰਿਮੋਟ ਲੌਗਇਨ ਕਰਾਂਗੇ ਆਪਾਂ ਵਿਦ ਦਾ ਹੈਲਪ ਆਫ ਜਿਹੜੇ ਸੌਫਟਵੇਅਰ ਦੇ ਜਿਵੇਂ ਟੀਮ ਵੀਵਰ ਹੋਇਆ ਐਨੀ ਡੈਸਕ। ਜੇ ਤੁਸੀਂ ਇੰਸਟਾਲ ਕਰਦੇ ਹੋ ਤਾਂ ਤੁਹਾਨੂੰ ਇੱਕ ਉੱਥੇ ਯੂਜ਼ਰ ਆਈਡੀ, ਤੁਹਾਡਾ IP ਐਡਰੈਸ ਤੇ ਪਾਸਵਰਡ ਆਪਣੇ ਆਪ ਆ ਜਾਂਦਾ ਹੈ। ਜਿਹੜਾ ਕਿ ਤੁਸੀਂ ਮੈਨੂੰ ਦੱਸੋਗੇ IP ਐਡਰੈਸ ਤੇ ਪਾਸਵਰਡ, ਉਸ ਨੂੰ ਮੈਂ ਫਿਲ ਕਰਕੇ ਤੁਹਾਡਾ ਜਿਹੜਾ ਕੰਪਿਊਟਰ ਹੈ ਤੁਹਾਡਾ ਸਿਸਟਮ ਨੂੰ ਕੀ ਕਰ ਸਕਦਾ ਐਕਸੈਸ ਰਿਮੋਟ ਲੌਗਇਨ ਕਰ ਸਕਦਾ, ਆਪਣੇ ਲਵੇ ਬੈਠਾ ਇੱਥੇ ਬੈਠ ਕੇ ਕੀ ਕਰ ਸਕਦਾ ਉਹ ਰਨ ਕਰ ਸਕਦਾ, ਵਰਕ ਕਰ ਸਕਦਾ। ਉਸ ਤੋਂ ਗੱਲ ਕਰੀਏ ਰਾਊਟਿੰਗ ਪ੍ਰੋਟੋਕੋਲ, ਇਹ ਨੈਟਵਰਕਿੰਗ ਲੇਅਰ ਦੇ ਵਿੱਚ ਕੰਮ ਕਰਦੇ ਨੇ ਸਾਰੇ ਜੀ। ਤੁਹਾਨੂੰ ਪਤਾ ਹੈਗਾ ਜਿਹੜਾ ਵੀ ਡਾਟਾ ਜਾ ਰਿਹਾ ਪੈਕਟ ਜਾ ਰਿਹਾ ਹੈਗਾ ਉਸਦਾ ਇੱਕ ਪਾਥ ਹੁੰਦਾ ਹੈ, ਰਾਊਟਿੰਗ ਹੁੰਦੀ ਹੈ ਨਾ, ਮਤਲਬ ਰਸਤਾ ਹੁੰਦਾ ਹੈ ਕਿ ਕਿਸ ਰਸਤੇ ਜਾਣਾ, ਉਸਦੇ ਲਈ ਉਹਨੂੰ ਕੀ ਇੱਕ ਟੇਬਲ ਬਣਾਇਆ ਜਾਂਦਾ ਹੈਗਾ। ਠੀਕ ਹੈ ਜੀ, ਉਹ ਟੇਬਲ ਕੌਣ ਬਣਾਉਂਦੇ ਹੈ, ਰਾਊਟਿੰਗ ਪ੍ਰੋਟੋਕੋਲ। ਡਾਇਨਾਮਿਕ ਰਾਊਟਿੰਗ ਵਿੱਚ ਰਾਊਟਿੰਗ ਟੇਬਲ ਨੂੰ ਰਾਊਟਿੰਗ ਪ੍ਰੋਟੋਕੋਲ ਦੁਆਰਾ ਕੀ ਬਣਾਇਆ ਅਤੇ ਮੈਨੇਜ ਕੀਤਾ, ਜਿਹੜਾ ਆਪਣੇ ਆਪ ਕੀ ਹੈ ਜੀ ਰਾਊਟਰ ਤੇ ਰਨ ਕਰਦੇ ਨੇ। ਮਤਲਬ ਮੰਨ ਲਓ ਆਪਣੇ ਆਪ ਕੀ ਡਾਇਨਾਮਿਕਲੀ ਚੇਂਜ ਹੁੰਦਾ, ਜਦੋਂ ਪੈਕਟ ਪਹੁੰਚ ਗਿਆ ਆਪਣੇ ਆਪ ਡਿਸਟਰੋਏ ਮਤਲਬ ਨਸ਼ਟ ਹੋ ਜਾਂਦਾ, ਜਦੋਂ ਨਵਾਂ ਪੈਕਟ ਆਇਆ ਕ੍ਰੀਏਟ ਹੋ ਗਿਆ। ਰਾਊਟਿੰਗ ਪ੍ਰੋਟੋਕੋਲ ਨੂੰ ਉਹਨਾਂ ਵਿਚਕਾਰ ਰਾਊਟਿੰਗ ਟੇਬਲਾਂ ਦੇ ਲੈਣ ਦੇਣ ਦੇ ਯੋਗ ਬਣਾਉਂਦਾ ਜਦੋਂ ਨੈਟਵਰਕ ਹਾਲਾਤਾਂ ਵਿੱਚ ਹੀ ਬਦਲਾਅ ਹੁੰਦਾ। ਡਾਇਨਾਮਿਕ ਰਾਊਟਿੰਗ ਪ੍ਰੋਟੋਕੋਲ ਦੀਆਂ ਕਿਸਮਾਂ ਨੇ ਡਿਸਟੈਂਸ ਵੈਕਟਰ ਰਾਊਟਿੰਗ ਪ੍ਰੋਟੋਕੋਲ, ਲਿੰਕ ਸਟੇਟ ਪ੍ਰੋਟੋਕੋਲ। ਡਿਸਟੈਂਸ ਵੈਕਟਰ ਰਾਊਟਿੰਗ ਪ੍ਰੋਟੋਕੋਲ ਜਿਵੇਂ RIP2, IGRP, ਇਸ ਨੂੰ ਕੀ ਹੈ ਜਿਹੜਾ ਰੂਟ ਹੈ ਮੈਟ੍ਰਿਕ ਨੂੰ ਮਾਪਣ ਦੇ ਲਈ ਕੁਝ ਡਿਸਟੈਂਸ ਦੀ ਫਾਰਮ ਵਰਤਦੇ, ਡਿਸਟੈਂਸ ਦੇ ਹਿਸਾਬ ਨਾਲ ਠੀਕ ਹੈ ਇਹਨੂੰ ਮਾਪਿਆ ਜਾਂਦਾ ਹੈ। ਉਦਾਹਰਨ ਲਈ ਮੈਂ ਸੋਰਸ ਤੇ ਡੈਸਟੀਨੇਸ਼ਨ ਵਿਚਕਾਰ ਹੋਪਸ ਦੀ ਗਿਣਤੀ ਜਿਸ ਦੀ ਜ਼ਰੂਰਤ ਹੁੰਦੀ ਹੈ। ਹੋਪਸ ਦੀ ਜਿਵੇਂ ਤੁਸੀਂ 10 ਲੈਣੇ ਆ, 5 ਲੈਣੇ, ਕਿੰਨੇ ਲੈਣੇ ਪੂਰੇ ਰਾਊਟਿੰਗ ਟੇਬਲ ਨੂੰ ਸਮੇਂ-ਸਮੇਂ ਤੇ ਉਦਾਹਰਨ ਜਿਵੇਂ ਹਰ 30 ਸੈਕਿੰਡ ਵਿੱਚ ਗੁਆਂਢੀ ਰਾਊਟਰ ਕੋਲ ਲੈਣ ਦੇਣ ਕਰਦਾ ਹੈ। ਐਲਗੋਰਿਥਮ ਜਿਵੇਂ ਬੈਲਮੈਨ ਫੋਰਡ ਨੂੰ ਛੋਟਾ ਪਾਥ ਲੱਭਣ ਲਈ ਵਰਤਿਆ ਜਾਂਦਾ ਹੈਗਾ। ਬਹੁਤ ਸਾਰੇ ਐਲਗੋਰਿਥਮ ਯੂਜ਼ ਕੀਤੇ ਜਾਂਦੇ ਨੇ ਪ੍ਰੋਟੋਕੋਲ। ਠੀਕ ਹੈ, ਜਿਸ ਦੀ ਮਦਦ ਨਾਲ ਕੀ ਆਪਾਂ ਇੱਕ ਸੋਰਸ ਟੂ ਡੈਸਟੀਨੇਸ਼ਨ ਕੀ ਕਰਦੇ ਹਾਂ ਡਾਟਾ ਟ੍ਰਾਂਸਮਿਟ, ਉਹਨਾਂ ਨੂੰ ਪਾਥ ਦੱਸਿਆ ਜਾਂਦਾ ਕਿ ਪਹਿਲਾਂ ਤੁਸੀਂ ਇਸ ਰਾਊਟਰ ਤੇ ਜਾਣਾ, R1 ਤੇ ਜਾਣਾ, R1 ਤੋਂ ਤੁਸੀਂ R3 ਤੇ ਜਾਣਾ, R3 ਤੋਂ ਬਾਅਦ ਤੁਸੀਂ 5 ਨੰਬਰ PC ਤੇ ਜਾਣਾ, PC ਤੋਂ ਬਾਅਦ ਤੁਸੀਂ ਉੱਥੇ ਜਾਣਾ, ਇੱਕ ਗਾਈਡ ਕੀਤਾ ਜਾਂਦਾ ਸਟੈਪ ਬਾਈ ਸਟੈਪ ਕਿ ਉਹਨਾਂ ਨੂੰ ਉਸ ਰਾਊਟਿੰਗ ਪ੍ਰੋਟੋਕੋਲ ਨੂੰ ਫੋਲੋ ਕਰਨਾ ਵਿਦ ਦਾ ਹੈਲਪ ਵੱਖ-ਵੱਖ ਜਿਹੜੇ ਤੁਹਾਨੂੰ ਦੱਸਿਆ ਐਲਗੋਰਿਥਮ ਜੀ ਉਹਦੇ ਵਿੱਚ ਯੂਜ਼ ਕੀਤੇ, ਜਿਵੇਂ RIP ਇਹ ਵੀ ਡਿਸਟੈਂਸ ਵੈਕਟਰ ਰਾਊਟਿੰਗ ਪ੍ਰੋਟੋਕੋਲ ਹੈ। ਠੀਕ ਹੈ, ओपन देख रहे दोनों शॉर्टकट शॉर्ट स्टेट्स के पाथ है फास्ट, उसके बाद ਇਹਦੇ ਵਿੱਚ ਵੀ ਸਾਰੇ ਡਾਇਨਾਮਿਕ ਪ੍ਰੋਟੋਕੋਲ ਨੇ। ਇਹ ਕੀ ਹੈ ਨੇ ਜੀ, ਇਹ ਇੱਕ ਆਮ ਵਰਤਿਆ ਜਾਂਦਾ ਲਿੰਕ ਸਟੇਟ ਰਾਊਟਿੰਗ ਪ੍ਰੋਟੋਕੋਲ ਹੈ ਜੋ IGP ਵੱਡੇ
ਸੰਸਥਾਨੀ ਨੈਟਵਰਕਾਂ ਵਿੱਚ ਵਰਤੋਂ ਲਈ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਕੀ ਉੱਥੇ ਕੀਤੀ ਜਾਂਦੀ ਹੈ ਵੱਡੇ ਸੰਸਥਾ ਦੇ ਵਿੱਚ। रूट की कहते रूट एक कमांड लाइन उपयोग है जिसमें राउटिंग टेबल ਨੂੰ ਦੇਖਣਾ ਤੇ ਤਬਦੀਲ ਕਰਨ ਲਈ ਵਰਤਿਆ ਜਾਂਦਾ ਹੈ। ਰਾਊਟਿੰਗ ਟੇਬਲ ਆਪਣੇ ਆਪ ਕੰਪਿਊਟਰ ਤੇ ਤੁਹਾਡੇ ਕੰਪਿਊਟਰ ਦੀ ਆਈਪੀ ਕਨਫੀਗਰੇਸ਼ਨ ਉੱਤੇ ਆਧਾਰਿਤ ਬਣੇ। ਰਾਊਟਿੰਗ ਕਮਾਂਡ ਨੂੰ ਰਾਊਟਿੰਗ ਟੇਬਲ ਵਿੱਚ ਸਟੈਟਿਕ ਰੂਟਸ ਨੂੰ ਪ੍ਰਭਾਵਿਤ ਕਰਨ ਲਈ ਮੈਨੂਅਲ ਐਂਟਰੀਜ਼ ਬਣਾਉਣ ਲਈ ਕੰਪਿਊਟਰ ਦੁਆਰਾ ਵਰਤਿਆ ਜਾਂਦਾ ਹੈ। ਆਪਾਂ ਹੋਰ ਅੱਗੇ ਜਿਹੜੇ ਵਾਈਡ ਏਰੀਆ ਨੈਟਵਰਕ ਨੇ ਜਿਵੇਂ ISDN ਇੰਟੀਗ੍ਰੇਟਡ ਸਰਵਿਸ ਡਿਜੀਟਲ ਨੈਟਵਰਕ ਇੱਕ ਸਰਕਟ ਸਵਿਚਡ ਨੈਟਵਰਕ ਹੈ ਜਿਹੜਾ ਟੈਲੀਫੋਨ ਲਾਈਨ ਉੱਤੇ ਡਿਜੀਟਲ ਟ੍ਰਾਂਸਮਿਸ਼ਨ ਉਪਯੋਗ ਕਰਦਾ ਹੈ। ਉਹ ਕਿਸੇ ਐਨਾਲੋਗ ਜਿਹਦੇ ਵਿੱਚ ਆਪਾਂ ਮੋਡਮ ਯੂਜ਼ ਕਰਦੇ ਸੀ, ਠੀਕ ਹੈ, ਐਨਾਲੋਗ ਟੂ ਡਿਜੀਟਲ, ਡਿਜੀਟਲ ਟੂ ਐਨਾਲੋਗ। ਤਾਂ ਇੱਥੇ ਕੀ ਹੈ, ਇਹ ਜਿਹੜਾ ਡਾਟਾ ਟ੍ਰਾਂਸਮਿਟ ਕਰ ਰਿਹਾ ਡਿਜੀਟਲ ਟ੍ਰਾਂਸਮਿਸ਼ਨ ਕਰ ਰਿਹਾ ਉਸਦੇ ਯੋਗ ਬਣਾਉਂਦੇ। ਇਹ ਸਿੰਗਲ ਲਾਈਨ ਉੱਤੇ ਡਾਟਾ, ਆਵਾਜ਼, ਵੀਡੀਓ ਟ੍ਰਾਂਸਮਿਸ਼ਨ ਕਰਨ ਦੀ ਆ ਬਹੁਤ ਸਾਰੇ ਜੰਤਰ ਨੇ ਜਿਹੜੇ ਇੱਕੋ ਕਮਿਊਨੀਕੇਸ਼ਨ ਲਾਈਨ ਨੂੰ ਵਰਤ ਤੇ ISDN ਕੀ ਹੈ, ਇਹਨੂੰ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਜ਼ਿਆਦਾ ਸਪੀਡ ਦੇ ਲਈ, ਠੀਕ ਹੈ, ਇੰਟਰਨੈਟ ਐਕਸੈਸ ਕਰਨ ਦੇ ਲਈ ਇਹਨੂੰ ਵਰਤਿਆ ਜਾਂਦਾ ਹੈ। ਜਿਹੜਾ ISDN ਹੈ ਇਸ ਨੂੰ ਬੇਸਿਕ ਰੇਟ ਇੰਟਰਫੇਸ ਜਿਹਨੂੰ BRI ਬੋਲਦੇ ਆਪਾਂ ਅਤੇ PRI ਦੇ ਰੂਪ ਵਿੱਚ ਕੀ ਪੇਸ਼ ਕੀਤਾ ਜਾਂਦਾ ਹੈ। ਪ੍ਰਾਇਮਰੀ ਰੇਟ इसकी स्पीड की है देखो 64 kbps ਜਿਹੜੀ ਡਾਇਲ-ਅਪ ਸੀ ਉਹ ਸੀ 56 kbps, ਠੀਕ ਹੈ। ਜਿਹੜਾ BRI ਹੈ ਬੇਸਿਕ ਰੇਟ ਇੰਟਰਫੇਸ ਇਹ ਕਾਪਰ ਟੈਲੀਫੋਨ ਉੱਤੇ ਟੈਲੀਫੋਨ ਲਾਈਨ ਉੱਤੇ 128 kbps ਵੀ ਪ੍ਰਦਾਨ ਕਰਦਾ ਹੈ, ਇਹ ਤੋਂ ਦੁੱਗਣੀ ਕਰਦੀ 64 ਠੀਕ ਹੈ। ਤਾਂ ਵੱਖ ਜਿਹੜੇ ਇਹਦੇ ਵਿੱਚ ਕੀ ਚੈਨਲ ਦਿੱਤੇ ਜਾਂਦੇ ਨੇ ਜਿਸ ਦੀ ਮਦਦ ਨਾਲ ਕਿ ਨਾ ਸਪੀਡ ਕੀ ਅਪ ਵਧਾਈ ਜਾਂਦੀ ਹੈ। ਉਸ ਤੋਂ ਬਾਅਦ DSL डिजिटल सब्सक्राइबर लाइन ये भी टेक्नोलॉजी का प्रकार है जो टेलीफोन नेटवर्क डिजिटल डाटा ट्रांसमिशन की ਵਰਤੋਂ ਕਰਕੇ ਇੰਟਰਨੈਟ ਐਕਸੈਸ ਨੂੰ ਪ੍ਰਦਾਨ ਕਰਦੇ। ਇਸ ਵਿੱਚ ਆਵਾਜ਼, ਡਾਟਾ, ਅਲੱਗ-ਅਲੱਗ आवृत्ति मतलब ਫ੍ਰੀਕੁਐਂਸੀ ਦੀ ਵਰਤੋਂ ਕਰਕੇ ਪ੍ਰਾਪਤ ਕੀਤਾ ਜਾ ਸਕਦਾ। ਦੇਖੋ DSL लगा है इंटरनेट ਦੇ ਰਾਹੀਂ ਆਪਾਂ ਕੇ ਟੈਲੀਫੋਨ ਵੀ ਦਿੱਤਾ है। अब मॉडर्न से नहीं अपना कोई ये सिस्टम लैपटॉप है ਤਾਂ ਇਹ ਸਰਵਿਸ ਜਿਹੜੀ DSL ਇੰਸਟਾਲ ਕਰਕੇ ਆਫਰ ਕੀਤਾ ਜਾਂਦਾ ਹੈ। ਇੱਕ DSL ਫਿਲਟਰ ਜੋ ਡਾਟਾ ਅਤੇ ਵਾਇਸ ਨੂੰ ਕੀ ਕਰਦਾ ਜੀ ਬਣਦਾ ਹੈ, ਜੇ ਤੁਹਾਡੀ ਆਵਾਜ਼ ਤੇ ਡਾਟਾ ਨੂੰ ਇਕੱਠੇ ਟ੍ਰਾਂਸਮਿਟ ਕਰਨ ਦੇ ਲਈ ਯੋਗ ਬਣਾਉਂਦਾ ਹੈ। ਜਦ ਕਿ ਬਹੁਤ ਸਾਰੇ ਸਿਗਨਲ ਵਾਇਰ ਦੇ ਨਾਲ ਜੋੜਿਆਂ ਤੋਂ ਅਲੱਗ-ਅਲੱਗ आवृत्ति ਤੇ ਭੇਜੇ ਜਾਂਦੇ, ਜਿਵੇਂ ਵਾਇਸ ਨੂੰ ਅਲੱਗ ਭੇਜਤਾ, ਡਾਟੇ ਨੂੰ ਅਲੱਗ ਭੇਜਤਾ, आवृत्ति की फ्रीक्वेंसी ਕਿਹਨੇ ਅਲੱਗ-ਅਲੱਗ ਹੁੰਦੀ, ਠੀਕ ਹੈ। ਤਾਂ ਇਸ ਦੇ ਵਿੱਚ ਕੀ DSL ਕੀ ਹੈ, ਪੁਆਇੰਟ ਟੂ ਪੁਆਇੰਟ ਪ੍ਰੋਟੋਕੋਲ ਓਵਰ ਇੰਟਰਨੈਟ ਨੂੰ ਵੀ ਵਰਤਦਾ ਹੈ। DSL ਨੂੰ ਅੱਜਕੱਲ੍ਹ ਆਮ ਤੌਰ ਤੇ ADSL ਨੂੰ ਵੀ ਦਰਸਾਉਂਦਾ ਹੈ, ਜਿਹੜਾ ਇੱਕ ਵੇਰੀਐਂਟ ਹੁੰਦਾ ਹੈਗਾ 128 Mbps ਦੀ ਰੇਂਜ ਤੇ 40 Mbps ਡਾਊਨ ਸਟ੍ਰੀਮ ਦੀ ਟੈਕਨੋਲੋਜੀ ਲਾਈਨ ਕ੍ਰਿਏਸ਼ਨ ਅਤੇ ਸਰਵਿਸ ਲੈਵਲ ਇੰਟੀਮੇਸ਼ਨ ਦੇ ਆਧਾਰ ਵਖਰੇਵੇਂ ਵਾਲੀ ਸਪੀਡ ਦਿੰਦੇ ਨੇ। ਇਹਦੀ ਸਪੀਡ ਕੀ ਹੋਰ ਵੀ ਤੇਜ਼ ਹੈ। kbps ਦਾ ਹੁੰਦਾ ਹੈ ਕਿਲੋਬਿਟ ਪਰ ਸੈਕਿੰਡ, MB ਦਾ ਹੁੰਦਾ ਹੈ ਮੈਗਾਬਿਟ ਪਰ ਸੈਕਿੰਡ, GBps ਦਾ ਹੁੰਦਾ ਹੈ ਗੀਗਾਬਿਟ ਪਰ ਸੈਕਿੰਡ। ਕਿਤੇ ਲਿਖਣਾ GHz ਉਹਦਾ ਮਤਲਬ ਗੀਗਾ ਹਰਟਜ਼ ਦੀ ਫ੍ਰੀਕੁਐਂਸੀ ਲਿਖੀ ਹੁੰਦੀ ਹੈਗੀ, ਇਹਦੀ ਕਲੌਕ ਸਪੀਡ ਲਿਖੀ ਹੁੰਦੀ ਹੈਗੀ। ਇਹ ਕਲੀਜ਼ਡ ਲਾਈਨ ਦਾ ਰੂਪ ਹੈ ਜੀ, ਇਹ ਪਰਮਾਨੈਂਟ ਆਪਾਂ ਬੋਲ ਦਿੰਦੇ ਹਾਂ ਕਿ ਜਿੱਥੋਂ ਤੁਹਾਡਾ ISP ਆਫਿਸ ਤੋਂ ਲੈ ਕੇ ਜਿਹੜਾ ਤੁਹਾਡਾ ਮੇਨ ਸੰਸਥਾ ਹੈ ਉੱਥੇ ਇੱਕ ਸਿੱਧੀ ਲਾਈਨ ਪਾਈ ਜਾਂਦੀ ਹੈ, ਠੀਕ ਹੈ। ਇੱਕ ਡਾਇਰੈਕਟ ਲਾਈਨ ਪਾਈ ਜਾਂਦੀ, ਡੈਡੀਕੇਟਡ ਲਾਈਨ ਪਾਈ ਜਾਂਦੀ ਹੈ ਜਿਹਦੀ ਸਪੀਡ ਕੀ ਹੋਰ ਵੀ ਜ਼ਿਆਦਾ। ਕੇਬਲ ਇੰਟਰਨੈਟ ਐਕਸੈਸ ਇੱਕ ਬ੍ਰੌਡਬੈਂਡ ਕਮਿਊਨੀਕੇਸ਼ਨ ਦਾ ਕੀ ਹੈ ਇੱਕ ਰੂਪ ਹੈ ਜੋ ਕੇਬਲ ਟੈਲੀਵਿਜ਼ਨ ਇੰਫਰਾਸਟ੍ਰਕਚਰ ਦੀ ਵਰਤੋਂ ਕਰਦਾ ਹੈ। DSL ਕੇਬਲ ਇੰਟਰਨੈਟ ਐਕਸੈਸ ISP ਤੋਂ ਗਾਹਕ ਤੱਕ ਕੀ ਕੋਐਕਸੀਅਲ ਕੇਬਲ ਜਾਂ ਫਾਈਬਰ ਆਪਟੀਕਲ ਦੁਆਰਾ ਪ੍ਰਦਾਨ ਕੀਤਾ ਜਾ ਸਕਦਾ। ਦੇਖੋ ਇਹਨਾਂ ਲਿਖਿਆ ਹੈ DSL ਦੇ ਉਲਟ ਜੋ ਸਾਨੂੰ ਡੈਡੀਕੇਟਡ ਬੈਂਡਵਿਡਥ ਪ੍ਰਦਾਨ ਕਰਦਾ। ਡੈਡੀਕੇਟਡ ਦਾ ਮਤਲਬ ਕੀ ਹੈ, ਆਪਣਾ ਸਿੱਧਾ ਲਿੰਕ ਹੈ।
ਜਿਹਦੀ ਲਾਈਨ ਕੀ ਹੈ ਉਸ ਸੰਸਥਾ ਨੂੰ ਪਾਈ ਜਾਂਦੀ ਹੈ, ਕਿੱਥੋਂ ਪਾਈ ਜਾਂਦੀ ਹੈ, ISP ਕੇਬਲ ਇੰਟਰਨੈਟ ਐਕਸੈਸ ਯੂਜ਼ਰ ਮੌਜੂਦ ਬੈਂਡਵਿਡਥ ਦੀ की ਵਰਤੋਂ ਕਰਕੇ ਉਹਨੂੰ ਇੰਟਰਨੈਟ ਕੀ ਕਰਦੇ ਨੇ, ਐਕਸੈਸ ਕਰਦੇ ਨੇ, ਪ੍ਰਾਪਤ ਕਰਦੇ ਨੇ। PPO ਕੀ ਹੁੰਦਾ ਹੈ, ਪੁਆਇੰਟ ਟੂ ਪੁਆਇੰਟ ਪ੍ਰੋਟੋਕੋਲ ਓਵਰ ਇਥਰਨੈਟ। ਇਹ ਵੀ ਇੱਕ ਪ੍ਰੋਟੋਕੋਲ ਹੈ ਜਿਸ ਨੂੰ ਬ੍ਰੌਡਬੈਂਡ ਸਰਵਿਸ ਜਿਵੇਂ OSL ਤੇ ਕੇਬਲ ਮੋਡਮ ਵਿੱਚ ਵਰਤਿਆ ਜਾਂਦਾ। ਜਿਵੇਂ ਆਪਾਂ ਪੜ੍ਹ ਕੇ ਆਏ ਸੀ ਜਿਹੜਾ DSL ਹੈਗਾ, ਠੀਕ ਹੈ, ਉਹ ਕੀ ਕਰਦਾ ਹੈ, PPO ਨੂੰ ਯੂਜ਼ ਕਰਦਾ। ਵਾਇਰਲੈਸ ਬੈਂਡ ਕਿੱਥੇ, ਮਤਲਬ ਵੀ ਜਿੱਥੇ ਆਪਣੀ ਵਾਇਰ ਕਨੈਕਟੀਵਿਟੀ ਨਹੀਂ ਯੂਜ਼ ਹੁੰਦੀ, ਮਤਲਬ ਜਿੱਥੇ ਆਪਣੀ ਤਾਰ ਦੇ ਨਾਲ ਕਨੈਕਟੀਵਿਟੀ, ਇੰਟਰਨੈਟ ਕਨੈਕਟੀਵਿਟੀ ਸੰਭਵ ਨਹੀਂ ਹੁੰਦੀ, ਉੱਥੇ ਆਪਾਂ ਕੀ ਕਰਦੇ ਹਾਂ, ਉੱਥੇ ਵਾਇਰਲੈਸ ਯੂਜ਼ ਕਰਦੇ ਹਾਂ ਟੈਕਨੋਲੋਜੀ। ਜਿਵੇਂ LTE ਤੁਸੀਂ ਦੇਖਦੇ ਹੋਗੇ ਆਪਣੇ ਫੋਨਾਂ ਤੇ, LTE ਦੇਖਦੇ ਹੋ, WiMAX ਦੇਖਦੇ ਹੋ, GSM, CDMA ਆਦਿ ਦੀ ਵਰਤੋਂ ਕਨੈਕਟੀਵਿਟੀ ਦੀ ਪ੍ਰਦਾਨ ਕਰਦੇ ਨੇ। ਠੀਕ ਹੈ ਜੀ, ਤੁਹਾਨੂੰ ਦੱਸਿਆ ਸੀ ਇੱਕ ਹੋਰ ਸਮਾਰਟ LED ਵੱਲੋਂ ਆ ਗਏ ਜਿਹੜੇ ਤੁਹਾਨੂੰ ਵਾਈਫਾਈ ਦੀ ਕੀ ਸਹੂਲਤ ਪ੍ਰਦਾਨ ਕਰਦੇ ਨੇ। ਜਿਸ से कभी रोशनी है उन्होंने ਕੀ ਆ, ਉਹ ਸਿਗਨਲ ਕੇ ਦਿੰਦੇ ਨੇ। MI ਨੇ ਵੀ ਕੱਢਿਆ ਹੈਗਾ LED ਬੱਲਬ, ਉਹ ਨਾਲ ਕੀ ਦਿੰਦਾ, ਇੱਕ ਵਾਈਫਾਈ ਸਪੋਰਟ ਕਰਦਾ ਸੀ, ਜਿਵੇਂ LEDs ਆ ਗਈਆਂ। ਉਸ ਤੋਂ ਬਾਅਦ ਬਾਈਮੈਕਸ ਦੋ ਤਰ੍ਹਾਂ ਦੇ ਹੁੰਦੇ ਨੇ ਜੀ, ਇੰਡੋਰ ਵੀ ਹੁੰਦਾ, ਇੱਕ ਆਊਟਡੋਰ ਹੁੰਦਾ। ਇੰਡੋਰ ਦਾ ਮਤਲਬ ਕਿ ਜਿਹੜਾ ਆਪਾਂ ਜਿਵੇਂ ਡੋਂਗਲਸ ਟਾਈਪ, ਠੀਕ ਹੈ, ਘਰੇ ਜਿੱਥੇ ਬੈਠ ਰਹੇ ਹਾਂ ਆਫਿਸ ਵਿੱਚ, ਉੱਥੇ ਆਪਾਂ ਲਗਾ ਸਕਦੇ ਹਾਂ। ਆਊਟਡੋਰ ਇੱਕ ਛੱਤ ਦੇ ਉੱਤੇ ਜਾਂ ਕਿਤੇ ਆਪਣੇ ਵਾਈਟ ਜਾਂ ਬਾਕਸ ਵੀ ਦੇਖ ਸਕਦੇ, ਠੀਕ ਹੈ, ਜਿਵੇਂ ਡਿਸ਼ TV ਇਸ ਤਰ੍ਹਾਂ ਇੱਕ ਵਾਈਟ ਬਾਕਸ ਯੂਜ਼ ਕਰਦੇ ਹਾਂ ਆਪਾਂ ਆਊਟਡੋਰ। ਤਾਂ ਜਿਹੜਾ ਵਾਇਰਲੈਸ ਵਾਈਮੈਕਸ ਦਾ ਪੂਰਾ ਨਾਮ ਕੀ ਹੈ, ਵਾਈਡ ਇੰਟਰਓਪਰੇਬਿਲਿਟੀ, ਠੀਕ ਹੈ, ਫॉर ਮਾਈਕ੍ਰੋਵੇਵ ਐਕਸੈਸ, ਇੱਕ ਵਾਇਰਲੈਸ ਕਮਿਊਨੀਕੇਸ਼ਨ ਸਟੈਂਡਰਡ ਹੈ ਜੋ ਫਿਕਸ ਸਟੇਸ਼ਨਾਂ ਨੂੰ ਇੰਟਰਨੈਟ ਐਕਸੈਸ ਪ੍ਰਦਾਨ ਕਰਨ ਲਈ ਵਰਤਿਆ। ਆਏ ਨਹੀਂ ਹੈਗਾ ਜੇ ਮੇਰੇ ਕੋਲ ਵਾਈਮੈਕਸ ਲੱਗਿਆ ਸਾਰਿਆਂ ਨੂੰ ਵੀ ਚੱਲੀ ਜਾਊਗਾ, ਠੀਕ ਹੈ ਨਾ। ਤਾਂ ਫਿਕਸ ਸਟੇਸ਼ਨ, ਜਿਹੜੇ ਸਟੇਸ਼ਨ ਤੇ ਜਾਣਾ ਆਪਾਂ ਨੇ, ਉਹਨਾਂ ਨੂੰ ਉਹਦੇ ਵਿੱਚ ਵੀ ਆਪਣੇ ਪਾਸਵਰਡ ਦੇ ਜਾਣਾ, ਠੀਕ ਹੈ। ਪਾਸਵਰਡ ਰੱਖ ਕੇ ਆਪਾਂ ਦੂਸਰੇ ਨੂੰ, ਕਿਸੇ ਨੂੰ ਵੀ ਆਥੋਰਾਈਜ਼ ਕਰਾ ਸਕਦੇ ਹਾਂ, ਮਤਲਬ ਉਹਨੂੰ ਐਕਸੈਸ ਦੇ ਸਕਦੇ ਹਾਂ। ਵਾਈਮੈਕਸ ਨੂੰ ਉੱਥੇ ਵਰਤੇ ਨੇ ਜਿੱਥੇ ਵਾਇਰਡ ਇੰਟਰਨੈਟ ਐਕਸੈਸ, ਜੋ DSL ਕੇਬਲ ਸੰਭਵ ਨਹੀਂ ਹੈ। ਤੁਹਾਨੂੰ ਦੀ ਮੈਂ ਡਾਇਗਰਾਮ ਦਿਖਾ ਸਕਦੀ ਜੀ ਨੈਟ ਤੇ। ਉਸ ਤੋਂ ਬਾਅਦ ਗੱਲ ਕਰੀਏ ਆਪਾਂ ATM ਦੀ, ਇਨਸਿਕੁਐਂਸ ਟ੍ਰਾਂਸਫਰ ਮੋਡ ਜਾਂ ਆਟੋਮੈਟਿਕ ਟੈਲਰ ਮਸ਼ੀਨ ਵੀ ਤੁਸੀਂ ਦੇਖਦੇ ਹੋਗੇ ਆਪੇ। ਇਹ ਵਰਚੁਅਲ ਸਰਕਟ ਉੱਤੇ ਦੋ ਅੰਤਲੇ ਪੁਆਇੰਟਾਂ ਵਿਚਕਾਰ 53 ਬਾਈਟਸ ਦੇ ਫਿਕਸ ਸੈੱਲ ਸਾਈਜ਼ ਨੂੰ ਵਰਤਦੀ ਹੈ। ਇਸ ਵਿੱਚ ਇੱਕ ਪੈਕਟ ਸਵਿਚਿੰਗ ਟੈਕਨੋਲੋਜੀ ਵਰਤੀ ਜਾਂਦੀ ਹੈ, ਠੀਕ ਹੈ ਜੀ। ਇਹ TDM ਦੀ ਵਰਤੋਂ ਕਰਦਾ, ਟਾਈਮ ਡਿਵੀਜ਼ਨ ਮਲਟੀਪਲੈਕਸਿੰਗ ਦੀ ਕਰਦਾ ਹੀ ਵਰਤੋਂ ਕਰਦਾ ਹੈ, ਜਿਸ ਦੇ ਵਿੱਚ ਆਵਾਜ਼, ਡਾਟਾ, ਵੀਡੀਓ ਸਿਗਨਲ ਨੂੰ ਕੇ ਸੰਭਾਲਣ ਲਈ ਬਣਾਇਆ ਜਾਂਦਾ ਹੈ। ਜਿਹੜਾ TDM ਹੈ ਜਿਹਦੀ ਵਰਤੋਂ ਕੀਤੀ ਜਾਂਦੀ ਹੈ, ਇਸ ਨੂੰ ਕਿ ਆਵਾਜ਼, ਡਾਟਾ, ਵੀਡੀਓ ਸਿਗਨਲ ਨੂੰ ਸੰਭਾਲਣ ਲਈ ਡਿਜ਼ਾਈਨ ਕੀਤਾ ਗਿਆ। ਉਸ ਤੋਂ ਅੱਗੇ ਫਾਈਬਰ ਡਿਸਟ੍ਰੀਬਿਊਟਡ ਡਾਟਾ ਇੰਟਰਫੇਸ, ਇਹ ਵੀ ਆਪਟੀਕਲ ਫਾਈਬਰ ਵਰਤਦਾ ਹੈ, ਟੋਕਰ ਰਿੰਗ ਦੀ ਤਰ੍ਹਾਂ ਨਜ਼ਰ ਆ ਰਿਹਾ ਹੈ, ਜਿਸ ਵਿੱਚ ਸਪੀਡ ਕੀ ਹੈ 100 Mbps ਹੈ। ਇਸ ਤੋਂ ਲੈ ਕੇ ਸਪੀਡ ਵੀ ਦੇਖੋ ਤੇ ਇਹਦੀ ਜਿਹੜੀ ਦੂਰੀ ਹੈ 200 ਕਿਲੋਮੀਟਰ ਤੱਕ ਹੀ ਪ੍ਰਦਾਨ ਕਰ ਸਕਦਾ ਈਜ਼ੀਲੀ। ਜਿਹੜਾ ਇਹ ਡਿਫਾਈਨ ਹੁੰਦਾ ਦੋ ਰਿੰਗਾਂ ਵਿੱਚ ਕੰਮ ਕਰਦਾ, ਠੀਕ ਹੈ। ਜਿਵੇਂ ਰਿੰਗ ਟੋਪੋਲੋਜੀ ਦੇਖਦੇ ਸਿੰਗਲ ਦੇ ਵਿੱਚ ਇਹ ਦੋ ਰਿੰਗਾਂ ਵਿੱਚ ਕੰਮ ਕਰਦਾ ਹੈਗਾ, ਇੱਕ ਬੈਕਅਪ ਦੀ ਤਰ੍ਹਾਂ ਕੰਮ ਕਰਦਾ, ਇੱਕ, ਠੀਕ ਹੈ, ਬੈਕਅਪ ਦੀ ਤਰ੍ਹਾਂ ਕੰਮ ਕਿਵੇਂ ਕਰਦਾ ਹੈ, ਮੰਨ ਲਓ ਪਹਿਲੀ ਰਿੰਗ ਖਰਾਬ ਹੋ ਗਈ ਤਾਂ ਦੂਜੀ ਰਿੰਗ ਕੀ ਕੰਮ ਕਰਦੀ, ਠੀਕ ਹੈ ਜੀ। ਮੰਨ ਲਓ ਕਦੇ ਪ੍ਰਾਇਮਰੀ ਫੇਲ ਹੋ ਜਾਂਦਾ ਹੈਗਾ, ਮੰਨ ਲਓ ਕਦੇ ਪਹਿਲੀ ਰਿੰਗ ਕੀ ਕੰਮ ਨਹੀਂ ਕਰ ਰਹੀ, ਤਾਂ ਇਹ ਨਹੀਂ ਹੈ ਇੱਕ ਆਪਣਾ ਸਿਸਟਮ ਕੀ ਬ੍ਰੇਕਡਾਊਨ ਹੋ ਗਿਆ, ਤਾਂ ਸਿਸਟਮ ਤੁਹਾਡਾ ਵਰਕਿੰਗ ਚ ਤਾਂ ਉੱਥੇ ਆਪਾਂ FDDI ਦੀ ਵਰਤੋਂ ਕਰਦੇ ਹਾਂ, ਫਾਈਬਰ ਡਿਸਟ੍ਰੀਬਿਊਸ਼ਨ। ਫੋਨੈਟ ਦਾ ਪੂਰਾ ਨਾਮ ਦੇਖ ਰਹੇ ਸੀਕੁਐਂਸ, ਠੀਕ ਹੈ, ਆਪਟੀਕਲ ਨੈਟਵਰਕਿੰਗ। ये भी फाइबर ऑप्टिकल द्वारा ही, ठीक है, लेजर लाइट की वरतों करके बहुत सारे सिग्नल डिजिटल बिट्स ट्रांसफर करने के लिए बनाया जाता है।
ਸਾਨੂੰ DSL ਉਹ ਚੀਜ਼ ਦਿਖਾ ਰਹੇ हैं। आउटडोर तरह नजर आ रहा है तो क्या इंडोर है इस तरह पोल ते लगा सकते ਆਪਾਂ ਆ ਤੁਹਾਨੂੰ ਨਜ਼ਰ ਆ ਰਿਹਾ ਵੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਵਾਈਟ ਜਿਹਾ ਬਾਕਸ ਹੁੰਦਾ ਹੈ ਬਾਈ ਮੈਕਸ ਇਹ ਬਾਈ ਮੈਕਸ ਆ ਇੰਡੋਰ ਹੈਗਾ ਅੰਦਰ ਆਪਣੇ ਆਫਿਸ ਦੇ ਵਿੱਚ ਕਮਰੇ ਦੇ ਵਿੱਚ ਜਿੱਥੇ ਵੀ ਯੂਜ਼ ਕਰ ਸਕਦਾ ठीक है। मॉडर्न देखो DSL सीधी लाइन जा रही है इंटरनेट एक्सेस तो ਟੈਲੀਫੋਨ ਦੇ ਵਿੱਚ ਪਹਿਲਾਂ ਇੱਕ ਟੈਲੀਫੋਨ ਦੇ ਵਿੱਚ ਜਾਂਦੀ ਹੈ ਟੈਲੀਫੋਨ ਵਾਲੀ ਇਸੇ ਲਾਈਨ ਪਊਗੀ ਉੱਥੋਂ ਕੀ ਹੈ ਇੱਥੋਂ ਇੰਟਰਨੈਟ ਵਾਲੀ ਕੇਬਲ ਕੀ ਹੈ ਤੁਹਾਡੇ ਸਿਸਟਮ ਦੇ ਵਿੱਚ ਜਾਂਦੀ ਹੈ ਹਾਂ ਕਰਦੀ ਹੈ ਆ ਤੁਹਾਡੀ ਟੈਲੀਫੋਨ ਦੀ ਲਾਈਨ ਹੈ ਆ ਤੁਹਾਡੀ ਇੰਟਰਨੈਟ ਦੀ ਲਾਈਨ ਆ फाइबर ऑप्टिकल्स आ गए सारे ਜਿਹਦੇ ਵਿੱਚ ਲਾਈਟ मूव करती है लाइट स्पीड बहुत तेज होती है अलग अलग सिग्नल ने डबल लैंड क्योंकि राउटर लगे हुए हैं एंटीना होंगे ना जो राउटर अजकल मॉडर्न का काम भी करते हैं ते नाल की करते हैं ये राउटर का भी काम करते हैं वाईफाई राउटर ठीक है एंटीना लगे हैं नाल दो एक ही है मॉडर्न तो हैगा ही हैगा नाल राउटर एक वाईफाई भी प्रदान करना देखो सिग्नल जिसको नजर आ रहा है वाईफाई राउटर प्लस मॉडर्न दोनों होंगे ने ठीक है।